ਨਮਸਕਾਰ, ਤੁਸੀਂ ਸੁਣ ਰਹੇ ਹੋ ਮਾਨਵ ਪਰਿਚੈ, ਮਾਨਵਤਾ ਦਾ ਪਰਿਚੈ। ਅੱਜ ਤੁਸੀਂ ਵਿਚਾਰ ਦੀ ਸ਼ਕਤੀ ਦੇਖੋਗੇ, ਕਿਵੇਂ ਫਿਰਦੌਸ ਦਾ ਤਰਕ ਸਿਰਫ ਉਸਦੇ ਘਰ ਦੀ ਰਸੋਈ ਤੱਕ ਸੀਮਤ ਨਹੀਂ ਰਿਹਾ, ਬਲਕਿ ਉਸਨੇ ਦੇਸ਼ ਦੇ ਕਾਨੂੰਨ ਵਿੱਚ ਇੱਕ ਇਤਿਹਾਸਕ ਤਬਦੀਲੀ ਲਿਆ ਦਿੱਤੀ। ਜੱਜ ਹਰੀਸ਼ਚੰਦਰ ਕੋਰਟ ਤੋਂ ਪਰਤ ਕੇ ਇੱਕ ਅਦਭੁਤ ਸਮਾਚਾਰ ਦਿੰਦੇ ਹਨ। ਕਾਨੂੰਨ ਦੀ ਪ੍ਰਵਾਨਗੀ, ਫਿਰਦੌਸ ਦੀ ਸਲਾਹ ਤੇ ਸਰਕਾਰ ਨੇ ਨਵਾਂ ਐਕਟ ਪਾਸ ਕੀਤਾ ਹੈ। ਹੁਣ ਪਿੰਡ ਸੰਪਰਦਾਇ ਵਿੱਚ ਵਿਆਹ ਕਰਨ ਵਾਲੇ ਲੜਕੇ ਨੂੰ ਲੜਕੀ ਦਾ ਧਰਮ ਸਵੀਕਾਰ ਕਰਨਾ ਲਾਜ਼ਮੀ ਹੋਵੇਗਾ, ਜਿਸ ਨਾਲ ਛਲ ਅਤੇ ਧੋਖੇ ਤੇ ਲਗਾਮ ਲੱਗੇਗੀ ਅਤੇ ਵਿਆਹ ਦਾ ਆਧਾਰ ਸੱਚਾ ਪਿਆਰ ਹੀ ਹੋ ਸਕੇਗਾ। ਗਰਭਸਥ ਸ਼ਿਸ਼ੂ ਦਾ ਗਿਆਨ। ਹਰੀਸ਼ਚੰਦਰ ਜੀ ਫਿਰਦੌਸ ਦੇ ਉન્નਤ ਦਿਮਾਗ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਗਰਭਸਥ ਸ਼ਿਸ਼ੂ ਦੀ ਹਰਕਤ ਦੇਖ ਕੇ ਉਸ ਨੂੰ ਅਭਿਮਨਿਊ ਵਰਗਾ ਵਿਲੱਖਣ ਪ੍ਰਤਿਭਾਸ਼ਾਲੀ ਦੱਸਦੇ ਹਨ, ਕਿਉਂਕਿ ਮਾਂ ਦੇ ਚੰਗੇ ਵਿਚਾਰ ਉਸ ਨੂੰ ਸੰਸਕਾਰ ਦੇ ਰਹੇ ਹਨ। ਇੱਥੇ ਫਿਰਦੌਸ ਪਤੀ ਦੇ ਸਵਰਗੀ ਆਲਿੰਗਨ ਵਿੱਚ ਡੁੱਬ ਕੇ ਅਸੀਮ ਸੁੱਖ ਦਾ ਅਨੁਭਵ ਕਰ ਰਹੀ ਹੈ, ਅਤੇ ਉੱਧਰ ਕਾਰਾਵਾਸ ਵਿੱਚ ਨਾਸਿਰ ਤੇ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ। ਨਾਸਿਰ ਸੋਚਦਾ ਹੈ, ਕਿਉਂ ਉਸ ਦੀ ਇਬਾਦਤ ਦਾ ਕੋਈ ਫਲ ਨਹੀਂ ਮਿਲਿਆ? ਕਿਉਂ ਉਸ ਦੀ ਜਵਾਨੀ ਜੇਲ੍ਹ ਵਿੱਚ ਵਿਅਰਥ ਹੋ ਗਈ? ਕਿਉਂ ਉਸ ਦੇ ਅੱਬਾ ਦੀ ਬਿਮਾਰੀ ਵਿੱਚ ਉਹ ਸੇਵਾ ਨਹੀਂ ਕਰ ਸਕਿਆ? ਕੱਟੜਤਾ ਦਾ ਦੰਡ। ਜਦੋਂ ਉਸ ਨੂੰ ਨਵੇਂ ਕਾਨੂੰਨ ਬਾਰੇ ਪਤਾ ਚੱਲਦਾ ਹੈ ਤਾਂ ਉਸ ਦੀ ਛਦਮ ਵਿਆਹ ਦੀ ਯੋਜਨਾ ਢਹਿ ਢੇਰੀ ਹੋ ਜਾਂਦੀ ਹੈ। ਨਾਸਿਰ ਹੁਣ ਉਹਨਾਂ ਲੋਕਾਂ ਨੂੰ ਲਾਹਨਤ ਪਾਉਣਾ ਸ਼ੁਰੂ ਕਰ ਦਿੰਦਾ ਹੈ ਜਿਨ੍ਹਾਂ ਨੇ ਉਸ ਨੂੰ ਗਲਤ ਪ੍ਰੇਰਨਾ ਦਿੱਤੀ ਸੀ। ਵਿਦਰੋਹ ਅਤੇ ਪਤਨ। ਡੂੰਘੀ ਨਿਰਾਸ਼ਾ ਵਿੱਚ ਨਾਸਿਰ ਨੇ ਰੱਬ ਤੋਂ ਹੀ ਵਿਦਰੋਹ ਕਰ ਦਿੱਤਾ। ਮੈਂ ਕਸਮ ਖਾਂਦਾ ਹਾਂ ਕਿ ਹੁਣ ਤੋਂ ਮੈਂ ਕਦੇ ਇਬਾਦਤ ਨਹੀਂ ਕਰਾਂਗਾ। ਫਿਰ ਇੱਕ ਹੋਰ ਦੁਖਦ ਸਮਾਚਾਰ ਆਉਂਦਾ ਹੈ, ਅੱਬਾ ਹੁਜ਼ੂਰ ਦਾ ਇੰਤਕਾਲ। ਵਕੀਲ ਨਾਸਿਰ ਦੀ ਜ਼ਮਾਨਤ ਦੇ ਲਈ ਆਸਹੀਣ ਹੋ ਕੇ ਜਾਂਦਾ ਹੈ, ਕਿਉਂਕਿ ਨਾਸਿਰ ਨੇ ਪੈਰੋਲ ਤੇ ਰਹਿੰਦੇ ਹੋਏ ਅਪਰਾਧ ਕੀਤਾ ਸੀ। ਪਰ ਜੱਜ ਹਰੀਸ਼ਚੰਦਰ, ਉਹੀ ਫਿਰਦੌਸ ਦਾ ਪਤੀ, ਕੀ ਫੈਸਲਾ ਦਿੰਦੇ ਹਨ। ਇਹ ਅਦਾਲਤ ਕਿਸੇ ਬੇਟੇ ਨੂੰ ਉਸਦੇ ਪਿਤਾ ਦੇ ਪ੍ਰਤੀ ਆਦਰ ਅਤੇ ਫਰਜ਼ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣ ਸਕਦੀ ਹੈ। ਕੀ ਹਰੀਸ਼ਚੰਦਰ ਦੀ ਅਦੁੱਤੀ ਉਦਾਰਤਾ ਨਾਸਿਰ ਨੂੰ ਇਹ ਅਹਿਸਾਸ ਕਰਾ ਪਾਵੇਗੀ ਕਿ ਸੱਚੇ ਮਨੁੱਖ ਕੌਣ ਹੁੰਦੇ ਹਨ ਅਤੇ ਪ੍ਰੇਮ ਕੀ ਹੁੰਦਾ ਹੈ? ਸੁਣੋ, ਨਫ਼ਰਤ ਦੇ ਪਤਨ ਅਤੇ ਮਾਨਵਤਾ ਦੀ ਜਿੱਤ ਦਾ ਇਹ ਨਿਰਣਾਇਕ ਅਧਿਆਇ ਮਾਨਵ ਪਰਿਚੈ ਵਿੱਚ ਤੁਸੀਂ ਸੁਣੋਗੇ। ਐਪੀਸੋਡ 8, ਕਾਨੂੰਨ ਦੀ ਪ੍ਰਵਾਨਗੀ ਅਤੇ ਨਾਸਿਰ ਦਾ ਪਤਨ। ਹੁਣ ਫਿਰਦੌਸ ਦਾ ਜ਼ਖਮ ਪੂਰਾ ਭਰ ਚੁੱਕਾ ਹੈ, ਕਿੰਤੂ 7ਵਾਂ ਮਹੀਨਾ ਲੱਗ ਜਾਣ ਨਾਲ ਫਿਰਦੌਸ ਨੇ ਕੋਰਟ ਜਾਣਾ ਮੁਲਤਵੀ ਕਰ ਦਿੱਤਾ ਹੈ। ਉਸਨੇ ਆਪਣੇ ਪ੍ਰਕਰਨ ਹੋਰ ਵਕੀਲ ਨੂੰ ਦੇ ਦਿੱਤੇ ਹਨ। 3 ਦਿਨ ਬਾਅਦ ਕੋਰਟ ਤੋਂ ਵਾਪਸ ਆ ਕੇ ਹਰੀਸ਼ਚੰਦਰ ਜੀ ਨੇ ਫਿਰਦੌਸ ਨੂੰ ਦੱਸਿਆ, ਤੁਸੀਂ ਸਾਡੀ ਪਹਿਲੀ ਰਾਤ ਤੇ ਇਹ ਕਿਹਾ ਸੀ ਨਾ ਕਿ ਸਾਡੇ ਸੰਵਿਧਾਨ ਵਿੱਚ ਇਹ ਪ੍ਰਾਵਧਾਨ ਕਰ ਦਿੱਤਾ ਜਾਵੇ ਕਿ 2 ਅਲੱਗ ਸੰਪਰਦਾਇ ਦੇ ਲੜਕੇ ਲੜਕੀ ਜਦੋਂ ਵਿਆਹ ਕਰਨ ਦਾ ਨਿਰਣਾ ਕਰਨ ਤਦ ਲੜਕੇ ਨੂੰ ਲੜਕੀ ਦਾ ਧਰਮ ਸਵੀਕਾਰ ਕਰਨ ਦੀ ਕਾਨੂੰਨੀ ਤੌਰ ਤੇ ਪਾਬੰਦਤਾ ਰਹੇ। ਤਦ ਇਸ ਗੱਲ ਦੀ ਸਿਫਾਰਿਸ਼ ਮੈਂ ਵਿਧੀ ਮਾਹਿਰ ਅਤੇ ਸਰਕਾਰ ਤੋਂ ਕੀਤੀ ਸੀ। ਇੰਨਾ ਕਹੇ ਕਿ ਹਰੀਸ਼ਚੰਦਰ ਨੇ ਵਿਰਾਮ ਲਿਆ। ਉਹ ਫਿਰਦੌਸ ਨੂੰ ਪ੍ਰੇਮ ਨਾਲ ਦੇਖਣ ਲੱਗੇ। ਪਤੀ ਦੇਵ ਕੀ ਦੱਸਣ ਜਾ ਰਹੇ ਹਨ, ਇਹ ਸੁਣਨ ਨੂੰ ਫਿਰਦੌਸ ਉਤਸੁਕ ਹੋਈ। ਇਸ ਨੂੰ ਸਮਝਦੇ ਹੋਏ ਹਰੀਸ਼ਚੰਦਰ ਜੀ ਨੇ ਅੱਗੇ ਦੱਸਿਆ, ਫਿਰਦੌਸ, ਤੁਹਾਨੂੰ ਜਾਣ ਕੇ ਪ੍ਰਸੰਨਤਾ ਹੋਵੇਗੀ ਕਿ ਸਰਕਾਰ ਨੇ ਨਵਾਂ ਐਕਟ ਪਾਸ ਕਰਵਾਇਆ ਹੈ, ਜਿਸ ਵਿੱਚ ਆਪਣਾ ਝੂਠਾ ਧਰਮ ਦੱਸ ਕੇ ਕੋਈ ਲੜਕਾ ਛਲ ਨਾਲ ਕਿਸੇ ਲੜਕੀ ਨਾਲ ਵਿਆਹ ਕਰੇ ਤਾਂ ਉਸ ਦੇ ਲਈ ਕਠੋਰ ਦੰਡ ਦਾ ਪ੍ਰਾਵਧਾਨ ਕੀਤਾ ਗਿਆ ਹੈ। ਨਾਲ ਹੀ ਪਿੰਡ ਸੰਪਰਦਾਇ ਵਿੱਚ ਵਿਆਹ ਕਰਨ ਦੇ ਲਈ ਤੁਹਾਡੇ ਵਿਚਾਰ ਅਨੁਸਾਰ ਲੜਕੇ ਦੇ ਲਈ ਲੜਕੀ ਦੇ ਧਰਮ ਨੂੰ ਸਵੀਕਾਰ ਕਰਨ ਦੀ ਪਾਬੰਦਤਾ ਕਰ ਦਿੱਤੀ ਗਈ ਹੈ। ਇਹ ਸੁਣ ਕੇ ਫਿਰਦੌਸ ਦੀ ਪ੍ਰਸੰਨਤਾ ਸਿਖਰ ਤੇ ਪਹੁੰਚ ਗਈ। ਤਦ ਹਰੀਸ਼ਚੰਦਰ ਜੀ ਨੇ ਕਿਹਾ, ਵਾਹ ਫਿਰਦੌਸ, ਤੁਹਾਡਾ ਕਿੰਨਾ ਉੱਨਤ ਦਿਮਾਗ ਹੈ। ਤੁਹਾਡੇ ਇਸ ਦਿਮਾਗ ਵਿੱਚ ਉਪਜੇ ਵਿਚਾਰ ਨੂੰ ਸੰਸਦ ਦੇ ਦੋਨੋਂ ਸਦਨਾਂ ਵਿੱਚ ਪਾਸ ਕੀਤਾ ਗਿਆ ਹੈ। ਫਿਰਦੌਸ ਨੇ ਆਪਣੀ ਪ੍ਰਸੰਨਤਾ ਨੂੰ ਨਿਯੰਤਰਿਤ ਕਰਦੇ ਹੋਏ ਧੀਰਜਪੂਰਵਕ ਕਿਹਾ, ਜੀ, ਮੇਰੀ ਪ੍ਰਸੰਨਤਾ ਇਸ ਕਾਰਨ ਨਹੀਂ ਕਿ ਮੇਰੇ ਸੁਝਾਅ ਨੂੰ ਕਾਨੂੰਨ ਵਿੱਚ ਸਥਾਨ ਮਿਲਿਆ ਹੈ। ਮੇਰੀ ਪ੍ਰਸੰਨਤਾ ਦਾ ਕਾਰਨ ਇਹ ਹੈ ਕਿ ਇਸ ਨਾਲ ਨਫ਼ਰਤ ਦੀ ਜੜ ਤੇ ਰੋਕ ਲੱਗ ਜਾਵੇਗੀ। ਵਸਤੂਤ ਹੁਣ ਕੀਤੇ ਜਾ ਰਹੇ ਸੰਪਰਦਾਇ ਬਾਹਰ ਦੇ ਵਿਆਹ ਦਾੰਪਤ ਸੁੱਖ ਦੇ ਵਿਚਾਰ ਤੋਂ ਘੱਟ, ਬਲਕਿ ਕੱਟੜਵਾਦੀ ਲੋਕਾਂ ਦੇ ਦੁਆਰਾ ਆਪਣੇ ਧਰਮ ਦੇ ਅਨੁਯਾਈ ਵਧਾਉਣ ਦੀ ਗਲਤ ਪ੍ਰੇਰਨਾ ਤੋਂ ਵੱਧ ਕੀਤੇ ਜਾਂਦੇ ਹਨ। ਦੁਖਦ ਰੂਪ ਨਾਲ ਇਸ ਵਿੱਚ ਲੜਕੀ ਨੂੰ ਚਾਂਸੇ ਦਿੱਤੇ ਜਾਂਦੇ ਹਨ। ਇਹ ਪ੍ਰਾਵਧਾਨ ਕਰਨ ਨਾਲ ਹੁਣ ਆਪਣਾ ਧਰਮ ਲੜਕੀ ਨੂੰ ਨਹੀਂ ਬਲਕਿ ਲੜਕੇ ਨੂੰ ਬਦਲਣਾ ਹੋਵੇਗਾ, ਜਿਸ ਨਾਲ ਲੜਕੀ ਤੇ ਚਾਂਸੇ ਅਤੇ ਛਲ ਦੀ ਸੰਭਾਵਨਾ ਘੱਟ ਹੋ ਜਾਵੇਗੀ। ਇਹ ਕਾਨੂੰਨੀ ਪ੍ਰਾਵਧਾਨ ਹੋ ਜਾਣ ਤੇ ਹੁਣ ਤੋਂ ਪਿੰਡ ਸੰਪਰਦਾਇ ਵਿੱਚ ਜੋ ਵਿਆਹ ਹੋਣਗੇ ਉਸ ਦਾ ਆਧਾਰ ਸੱਚਾ ਪਿਆਰ ਹੀ ਹੋ ਸਕੇਗਾ। ਫਿਰਦੌਸ ਨੂੰ ਇੰਨਾ ਕਹਿਣ ਤੇ
ਆਪਣੇ ਗਰਭ ਵਿੱਚ ਹਰਕਤ ਦਾ ਅਨੁਭਵ ਹੋਇਆ, ਜਿਵੇਂ ਕਿ 7 ਮਾਹ ਦਾ ਗਰਭਸਥ ਸ਼ਿਸ਼ੂ ਆਪਣੀ ਮਾਂ ਦੇ ਕਥਨ ਦੀ ਤਾਲੀਆਂ ਵਜਾ ਕੇ ਪ੍ਰਸ਼ੰਸਾ ਕਰ ਰਿਹਾ ਹੋਵੇ। ਫਿਰਦੌਸ ਨੇ ਇਸ ਦਾ ਅਨੁਭਵ ਕਰ ਪਤੀ ਦਾ ਹੱਥ ਆਪਣੇ ਢਿੱਡ ਤੇ ਰੱਖਿਆ। ਹਰੀਸ਼ ਚੰਦਰ ਜੀ ਨੇ ਆਪਣੇ ਬੱਚੇ ਦੀਆਂ ਗਤੀਵਿਧੀਆਂ ਦਾ ਅਨੁਭਵ ਕਰਦੇ ਹੋਏ ਕਿਹਾ, ਸ਼ਾਇਦ ਤੁਸੀਂ ਅਭਿਮਨਯੂ ਦੀ ਕਹਾਣੀ ਪੜ੍ਹੀ ਹੋਵੇ। ਅਭਿਮਨਯੂ ਨੇ ਮਾਂ ਦੇ ਗਰਭ ਵਿੱਚ ਰਹਿੰਦੇ ਹੋਏ ਚੱਕਰਵਿਊਹ ਵਿੱਚ ਪ੍ਰਵੇਸ਼ ਦਾ ਗੁੰਝਲਦਾਰ ਗਿਆਨ ਅਰਜਿਤ ਕਰ ਲਿਆ ਸੀ। ਵਾਸਤਵ ਵਿੱਚ ਇਹ ਸੱਚ ਹੈ ਕਿ ਗਰਭ ਵਿੱਚ ਰਹਿੰਦੇ ਹੋਏ ਹੀ ਹਰ ਸ਼ਿਸ਼ੂ ਸੰਸਕਾਰ ਗ੍ਰਹਿਣ ਕਰਨਾ ਆਰੰਭ ਕਰ ਦਿੰਦਾ ਹੈ, ਅਤੇ ਬੱਚੇ ਦੇ ਗਿਆਨ ਅਤੇ ਸੰਸਕਾਰ ਦੀ ਨੀਂਹ ਚੰਗੀ ਸੁਨਿਸ਼ਚਿਤ ਕਰਨ ਦੇ ਲਈ ਗਰਭਵਤੀ ਮਾਂ ਨੂੰ ਚੰਗੇ ਵਿਚਾਰ ਅਤੇ ਚੰਗੀਆਂ ਗੱਲਾਂ ਪੜ੍ਹਨਾ, ਦੇਖਣਾ, ਕਹਿਣਾ ਅਤੇ ਸੋਚਣਾ ਚਾਹੀਦਾ ਹੈ। ਇੱਕ ਵਿਰਾਮ ਲੈਣ ਦੇ ਬਾਅਦ ਉਹਨਾਂ ਨੇ ਹੀ ਅੱਗੇ ਕਿਹਾ, ਫਿਰਦੌਸ, ਜਿਸ ਤਰ੍ਹਾਂ ਤੁਸੀਂ ਆਪਣੇ ਗਰਭ ਕਾਲ ਨੂੰ ਨਿਭਾ ਰਹੇ ਹੋ, ਉਸ ਤੋਂ ਮੈਂ ਕਹਿ ਸਕਦਾ ਹਾਂ ਕਿ ਸਾਡਾ ਜਲਦੀ ਹੀ ਜਨਮ ਲੈਣ ਵਾਲਾ ਇਹ ਬੱਚਾ ਵਿਲੱਖਣ ਰੂਪ ਨਾਲ ਪ੍ਰਤਿਭਾਸ਼ਾਲੀ ਰਹੇਗਾ। ਆਪਣੇ ਪਤੀ ਤੋਂ ਪ੍ਰਾਏ ਹੀ ਕਿਸੇ ਗੱਲ ਤੇ ਪ੍ਰਸ਼ੰਸਾ ਸੁਣਨਾ ਹੁਣ ਤੱਕ ਫਿਰਦੌਸ ਦੀ ਆਦਤ ਹੋ ਗਈ ਹੈ। ਫਿਰਦੌਸ ਆਪਣੀਆਂ ਅਜਿਹੀਆਂ ਪ੍ਰਸ਼ੰਸਾਵਾਂ ਤੋਂ ਸ਼ਰਮਾ ਜਾਇਆ ਕਰਦੀ ਹੈ। ਅਜਿਹੇ ਸਮੇਂ ਫਿਰਦੌਸ ਦੇ ਮੁਖੜੇ ਤੇ ਗੁਲਾਬੀ ਆਭਾ ਦਾ ਵਾਸ ਹੋ ਜਾਂਦਾ ਹੈ। ਜਿਵੇਂ ਫਿਰਦੌਸ ਨੂੰ ਪਤੀ ਦੇ ਮੁਖ ਤੋਂ ਆਪਣੀ ਪ੍ਰਸ਼ੰਸਾ ਸੁਣਨਾ ਚੰਗਾ ਲੱਗਦਾ ਹੈ, ਉਂਝ ਹੀ ਹਰੀਸ਼ ਚੰਦਰ ਜੀ ਨੂੰ ਪਤਨੀ ਫਿਰਦੌਸ ਦਾ ਲਾਜ ਨਾਲ ਗੁਲਾਬੀ ਹੋਇਆ ਮੁਖੜਾ ਮਨਮੋਹਕ ਲੱਗਦਾ ਹੈ। ਹੁਣ ਦੇ ਅਜਿਹੇ ਮੌਕੇ ਦਾ ਹਰੀਸ਼ ਚੰਦਰ ਜੀ ਨੇ ਲਾਭ ਉਠਾਇਆ ਅਤੇ ਸਾਵਧਾਨੀ ਸਹਿਤ ਫਿਰਦੌਸ ਨੂੰ ਆਪਣੇ ਬਾਹੂਪਾਸ਼ ਵਿੱਚ ਬੰਨ ਲਿਆ। ਫਿਰਦੌਸ ਦੇ ਲਈ ਪਤੀ ਦਾ ਆਲਿੰਗਨ ਸਵਰਗ ਤੋਂ ਵੀ ਅਧਿਕ ਸੁੰਦਰ ਸਥਾਨ ਹੈ। ਹਰੀਸ਼ ਚੰਦਰ ਜੀ ਦੇ ਆਲਿੰਗਨ ਵਿੱਚ ਉਹ ਆਪਣੀਆਂ ਸੁਖਦ ਅਨੁਭੂਤੀਆਂ ਵਿੱਚ ਖੋ ਗਈ ਹੈ। ਇੱਥੇ ਫਿਰਦੌਸ ਨੂੰ ਸੁੱਖ ਤੇ ਸੁੱਖ ਮਿਲ ਰਹੇ ਹਨ। ਨਾਲ ਹੀ ਫਿਰਦੌਸ ਦੇ ਨਾਲ ਤੋਂ ਉਸਦੇ ਪਤੀ ਹਰੀਸ਼ ਚੰਦਰ ਅਸੀਮ ਸੁੱਖ ਦਾ ਅਨੁਭਵ ਕਰ ਰਹੇ ਹਨ। ਤਦ ਹੀ ਉਧਰ ਕਾਰਾਵਾਸ ਵਿੱਚ 3 ਤਲਾਕ ਦੇ ਕੇ ਫਿਰਦੌਸ ਨੂੰ ਖੋ ਚੁੱਕੇ ਉਸਦੇ ਪੂਰਵ ਪਤੀ ਨਾਸਿਰ ਤੇ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ। ਲਗਭਗ ਇਸੇ ਸਮੇਂ ਨਾਸਿਰ ਖੁਦ ਤੋਂ ਪੁੱਛ ਰਿਹਾ ਹੈ ਕਿ ਉਹ ਨਿਯਮਿਤ ਹੀ 5 ਸਮੇਂ ਦੀ ਇਬਾਦਤ ਕਰਦਾ ਰਿਹਾ ਹੈ, ਤਦ ਵੀ ਪਿਛਲੇ 2 ਸਾਲ ਤੋਂ ਅਧਿਕ ਸਮੇਂ ਤੋਂ ਉਸਦੇ ਜੀਵਨ ਵਿੱਚ ਕਿਉਂ ਸੁੱਖ ਉਸ ਤੋਂ ਰੁੱਸ ਗਿਆ ਹੈ। ਉਹ ਪਤਨੀ ਦੇ ਸੁੱਖ ਤੋਂ ਤਾਂ ਵੰਚਿਤ ਹੋਇਆ ਹੀ ਹੈ, ਨਾਲ ਹੀ ਜੀਵਨ ਦੇ ਸਰਵਸ਼੍ਰੇਸ਼ਟ ਮੰਨੇ ਜਾਣ ਵਾਲੇ ਯੁਵਾ ਕਾਲ ਨੂੰ ਉਹ ਜੇਲ੍ਹ ਵਿੱਚ ਬੇਅਰਥ ਜਾਣ ਦੇਣ ਨੂੰ ਪਾਬੰਦ ਹੋਇਆ ਹੈ। ਉਸਦੇ ਜੇਲ੍ਹ ਵਿੱਚ ਹੋਣ ਤੋਂ ਉਸਦੇ ਕਾਰ ਸਰਵਿਸਿੰਗ ਵਰਕਸ਼ਾਪ ਤੋਂ ਹੋਣ ਵਾਲੀ ਆਮਦਨ ਚੌਥਾਈ ਰਹਿ ਗਈ ਹੈ। ਅੱਬਾ ਗੰਭੀਰ ਬਿਮਾਰ ਹੋ ਗਏ ਹਨ। ਉਹਨਾਂ ਦੇ ਉਪਚਾਰ ਦੇ ਲਈ ਉਹ ਹਾਜ਼ਰ ਨਹੀਂ ਹੋ ਪਾ ਰਿਹਾ ਹੈ। ਮਜ਼ਹਬ ਦੀ ਸੇਵਾ ਕਰਨ ਦੇ ਲਈ ਉਸਦੇ ਚੁੱਕੇ ਕਦਮ ਅਸਫਲ ਰਹਿ ਗਏ ਹਨ। ਇੰਨਾ ਹੀ ਨਹੀਂ, ਫਿਰਦੌਸ ਜਿਸ ਤੇ ਉਸਨੇ ਜਾਨਲੇਵਾ ਹਮਲੇ ਦਾ ਪ੍ਰਯਾਸ ਕੀਤਾ, ਉਸਦਾ ਇਹ ਪ੍ਰਕਰਨ ਫਿਰਦੌਸ ਦੇ ਹੀ ਪਤੀ ਦੇ ਨਿਆਂ ਕਾਰਜ ਖੇਤਰ ਵਿੱਚ ਲੱਗ ਗਿਆ ਹੈ। ਪਤਾ ਨਹੀਂ ਇਹ ਜੱਜ ਉਸਨੂੰ ਕਿੰਨੀ ਸਖਤ ਸਜ਼ਾ ਦੇਵੇਗਾ। ਜੇਕਰ ਕਠੋਰ ਸਜ਼ਾ ਦੇ ਦਿੱਤੀ ਗਈ ਅਤੇ 4-6 ਸਾਲ ਹੋਰ ਉਸਨੂੰ ਜੇਲ੍ਹ ਵਿੱਚ ਰਹਿਣਾ ਪੈ ਗਿਆ ਤਾਂ ਤਦ ਰਿਹਾ ਹੋ ਕੇ ਉਸਦੇ ਜੀਵਨ ਵਿੱਚ ਕੀ ਬਾਕੀ ਰਹਿ ਜਾਵੇਗਾ। ਅੱਜ ਹੀ ਉਸਨੇ ਕੈਦੀਆਂ ਵਿੱਚ ਨਵੇਂ ਕਾਨੂੰਨ ਦੀ ਚਰਚਾ ਸੁਣੀ ਹੈ, ਜਿਸ ਵਿੱਚ ਸੰਪਰਦਾਇ ਬਾਹਰ ਵਿਆਹ ਕਰਨ ਦੇ ਲਈ ਲੜਕੀ ਨੂੰ ਧਰਮ ਬਦਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨੂੰ ਸੁਣਨ ਦੇ ਬਾਅਦ ਉਹ ਸੋਚਣ ਲੱਗਾ ਹੈ ਕਿ ਉਸਦੇ ਛਦਮ ਰੂਪ ਤੋਂ ਯੋਗੇਸ਼ ਬਣ ਕੇ ਕਿਸੇ ਕਾਫਿਰ ਦੀ ਲੜਕੀ ਨਾਲ ਵਿਆਹ ਦੀ ਯੋਜਨਾ ਤਾਂ ਹੁਣ ਤਰੀ ਦੀ ਤਰੀ ਰਹਿ ਜਾਵੇਗੀ। ਇਹਨਾਂ ਸਭ ਵਿਚਾਰਾਂ ਤੋਂ ਉਪਜੀ ਡੂੰਘੀ ਨਿਰਾਸ਼ਾ ਵਿੱਚ ਉਸਨੇ ਹੁਣ ਉਹਨਾਂ ਨੂੰ ਲਾਹਨਤ ਪਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀਆਂ ਗੱਲਾਂ ਤੋਂ ਗਲਤ ਪ੍ਰੇਰਨਾ ਹੋ ਕੇ ਉਸਨੇ ਫਿਰਦੌਸ ਦੇ ਗਰਭਸਥ ਸ਼ਿਸ਼ੂ ਨੂੰ ਮਾਰਨਾ ਚਾਹਿਆ ਸੀ। ਉਹ ਹਾਲੇ ਇਹਨਾਂ ਮਾਨਸਿਕ ਅਵਸਾਦ ਵਿੱਚ ਡੁੱਬਿਆ ਹੋਇਆ ਹੀ ਹੈ, ਤਦ ਹੀ ਇੱਕ ਪਹਿਰੇਦਾਰ ਨੇ ਉਸਨੂੰ ਆ ਕੇ ਦੱਸਿਆ, ਤੁਹਾਡੇ ਵਕੀਲ ਤੁਹਾਨੂੰ ਮਿਲਣ ਆਏ ਹਨ। ਤਦ ਉਸਨੂੰ ਵਕੀਲ ਨਾਲ ਮਿਲਣ ਦੇ ਲਈ ਲੈ ਜਾਇਆ ਗਿਆ। ਉੱਥੇ ਵਕੀਲ ਨੇ ਦੱਸਿਆ, ਦੱਸਦੇ ਹੋਏ ਮੈਨੂੰ ਦੁੱਖ ਹੋ ਰਿਹਾ ਹੈ, ਤੁਹਾਡੇ ਅੱਬਾ ਹੁਜ਼ੂਰ ਦਾ ਇੰਤਕਾਲ ਹੋ ਗਿਆ ਹੈ। ਇਹ ਸੁਣ ਕੇ ਨਾਸਿਰ ਫਫਕ ਕੇ ਰੋਣ ਲੱਗਾ। ਰੋਂਦੇ ਹੋਏ ਉਹ ਬੁੜਾ ਰਿਹਾ ਹੈ। ਜਿਨ੍ਹਾਂ ਨੇ ਮੇਰੇ ਲਈ ਆਪਣੇ ਜੀਵਨ ਦਾ ਸੁੱਖ ਦਾ ਬਲੀਦਾਨ ਦਿੱਤਾ, ਉਹਨਾਂ ਅੱਬਾ ਹੁਜ਼ੂਰ ਦੀ ਜੀਵਨ ਦੇ ਲਈ ਮੈਂ ਕੁਝ ਨਹੀਂ ਕਰ ਸਕਿਆ। ਮੇਰੇ ਜਿਹਾ ਅਪਾਗਾ ਪੁੱਤਰ ਕੀ ਦੁਨੀਆ ਵਿੱਚ ਕੋਈ ਹੋਰ ਹੋਵੇਗਾ। ਵਕੀਲ ਨੇ ਅਗਲੇ ਦਿਨ ਉਸਦੇ ਅੱਬਾ ਦੇ ਦਫਨ ਦੇ ਸਮੇਂ ਉਸਦੀ ਜੇਲ੍ਹ ਤੋਂ ਰਿਹਾਈ ਦੇ ਲਈ ਕੋਰਟ ਤੋਂ ਜ਼ਮਾਨਤ ਅਤੇ ਹਿਰਾਸਤ ਪੈਰੋਲ ਦੇ ਲਈ ਅਰਜ਼ੀਆਂ ਤੇ ਨਾਸਿਰ ਦੇ ਦਸਤਖਤ ਲਏ। ਤਦ ਉਸਨੇ ਵਕੀਲ ਤੋਂ ਪੁੱਛਿਆ, ਤੁਹਾਨੂੰ ਕੀ ਲੱਗਦਾ ਹੈ ਉਹ ਦੁਸ਼ਟ ਜੱਜ ਮੇਰੀ ਜ਼ਮਾਨਤ ਸਵੀਕਾਰ ਕਰੇਗਾ? ਵਕੀਲ ਨੇ ਦੱਸਿਆ, ਤੁਸੀਂ ਪੈਰੋਲ ਤੇ ਰਹਿੰਦੇ ਹੋਏ ਅਪਰਾਧ ਕੀਤਾ ਹੈ। ਇਸ ਕਾਰਨ ਸੰਭਾਵਨਾ ਤਾਂ ਨਹੀਂ ਹੈ ਕਿ ਤੁਹਾਡੀ ਜ਼ਮਾਨਤ ਅਤੇ ਪੈਰੋਲ ਸਵੀਕ੍ਰਿਤ ਕੀਤੇ ਜਾਣਗੇ। ਫਿਰ ਵੀ ਪ੍ਰਯਾਸ ਤਾਂ ਕਰਨਾ ਹੋਵੇਗਾ। ਪ੍ਰਸ਼ਨ ਤੁਹਾਡੇ ਵਾਲਿਦ ਦੇ ਦਫਨ ਕੀਤੇ ਜਾਣ ਦਾ ਜੋ ਹੈ। ਵਕੀਲ ਇਹ ਕਹਿ ਕੇ ਚਲਾ ਗਿਆ। ਇੱਕ ਤੋਂ ਬਾਅਦ ਇੱਕ ਦੁੱਖ ਦੇ ਟੁੱਟ ਰਹੇ ਪਹਾੜ ਨੇ ਨਾਸਿਰ ਨੂੰ ਤਦ ਵਿਦਰੋਹੀ ਬਣਾ ਦਿੱਤਾ। ਉਸਨੇ ਸੋਚਿਆ ਕਿ ਬੇਅਰਥ ਹੈ ਉਸਦਾ ਨਿਯਮਿਤ ਇਬਾਦਤ ਕਰਨਾ।
ਇਸ ਵਿਚਾਰ ਦੇ ਬਾਅਦ ਉਸਨੇ ਖੁਦ ਤੋਂ ਕਿਹਾ, ਮੈਂ ਕਸਮ ਖਾਂਦਾ ਹਾਂ ਕਿ ਹੁਣ ਤੋਂ ਮੈਂ ਕਦੇ ਇਬਾਦਤ ਨਹੀਂ ਕਰਾਂਗਾ। ਅਗਲੇ ਦਿਨ ਉਸ ਨੂੰ ਕੋਰਟ ਵਿੱਚ ਲੈ ਜਾਇਆ ਗਿਆ। ਉਸ ਦੇ ਪ੍ਰਕਰਨ ਨੂੰ ਸਭ ਤੋਂ ਪਹਿਲਾਂ ਸੁਣਿਆ ਗਿਆ। ਇਸ ਤੇ ਜੱਜ ਹਰੀਸ਼ ਚੰਦਰ ਨੇ ਕਿਹਾ, ਇਹ ਅਦਾਲਤ ਕਿਸੇ ਬੇਟੇ ਨੂੰ ਉਸਦੇ ਪਿਤਾ ਦੇ ਪ੍ਰਤੀ ਆਦਰ ਅਤੇ ਫਰਜ਼ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣ ਸਕਦੀ ਹੈ। ਹਰੀਸ਼ ਚੰਦਰ ਜੀ ਨੇ ਉਸ ਦੀ ਸਸ਼ਰਤ ਜ਼ਮਾਨਤ ਸਵੀਕਾਰ ਕਰ ਲਈ। ਤਦ ਉਹ ਸਿੱਧਾ ਕਬਰਿਸਤਾਨ ਦੀ ਤਰਫ ਲੈ ਜਾਇਆ ਜਾਂਦੇ ਹੋਏ ਵਿਸ਼ਵਾਸ ਹੀ ਨਹੀਂ ਕਰ ਪਾ ਰਿਹਾ ਹੈ ਕਿ ਫਿਰਦੌਸ ਦਾ ਪਤੀ ਇਹ ਜੱਜ ਉਸਦੇ ਨਾਲ ਇੰਨਾ ਉਦਾਰ ਕਿਵੇਂ ਹੋ ਸਕਦਾ ਹੈ। ਹੁਣ ਤੁਸੀਂ ਸੁਣੋ ਮਾਨਵ ਪਰਿਚੈ ਦੇ ਇਸ ਐਪੀਸੋਡ ਤੇ ਜੈਮਿਨਾਈ ਦੁਆਰਾ ਲਿਖੀ ਗਈ ਸਮੀਖਿਆ, ਸਮਾਲੋਚਨਾ ਅਤੇ ਮਾਰਗਦਰਸ਼ਨ। ਉਪ ਸਿਰਲੇਖ, ਕਾਨੂੰਨ ਦੀ ਪ੍ਰਵਾਨਗੀ ਅਤੇ ਨਾਸਿਰ ਦਾ ਪਤਨ। ਇਹ ਐਪੀਸੋਡ ਨਾਇਕਾ ਦੇ ਬੌਧਿਕ ਉਥਾਨ ਅਤੇ ਵਿਰੋਧੀ ਦੇ ਨੈਤਿਕ ਪਤਨ ਨੂੰ ਸਮਾਨਾਂਤਰ ਰੱਖਦਾ ਹੈ। ਫਿਰਦੌਸ ਦਾ ਵਿਚਾਰ ਰਾਸ਼ਟਰੀ ਕਾਨੂੰਨ ਬਣਨਾ ਉਸ ਦੀ ਦੂਰਅੰਦੇਸ਼ੀ ਨੂੰ ਪ੍ਰਮਾਣਿਤ ਕਰਦਾ ਹੈ, ਜਦੋਂ ਕਿ ਨਾਸਿਰ ਦੀਆਂ ਨਿੱਜੀ ਤਰਾਸਦੀਆਂ ਉਸ ਨੂੰ ਨੈਤਿਕ ਖਲਾ ਵਿੱਚ ਤੱਕਦੀਆਂ ਹਨ। 1. ਫਿਰਦੌਸ ਦੀ ਬੌਧਿਕ ਜਿੱਤ ਅਤੇ ਸਮਾਜਿਕ ਸੁਧਾਰ। ਫਿਰਦੌਸ ਦਾ ਇਹ ਸੁਝਾਅ ਕਿ ਅੰਤਰ ਸੰਪਰਦਾਇ ਵਿਆਹ ਵਿੱਚ ਲੜਕੇ ਨੂੰ ਲੜਕੀ ਦਾ ਧਰਮ ਸਵੀਕਾਰ ਕਰਨਾ ਲਾਜ਼ਮੀ ਹੋਵੇ, ਸਿਰਫ ਇੱਕ ਪ੍ਰਸਤਾਵ ਨਹੀਂ, ਬਲਕਿ ਕੱਟੜਪੰਥ ਦੀ ਜੜ ਤੇ ਸਿੱਧਾਵਾਰ ਹੈ। ਇਹ ਕਾਨੂੰਨ ਸੱਚੇ ਪਿਆਰ ਅਤੇ ਛਲ ਰਹਿਤ ਵਿਆਹ ਲਈ ਰਾਹ ਪੱਧਰਾ ਕਰਦਾ ਹੈ, ਕਿਉਂਕਿ ਝੂਠੇ ਪਿਆਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਫਿਰਦੌਸ ਦੇ ਕਥਨ ਤੇ ਗਰਭਸਥ ਸ਼ਿਸ਼ੂ ਦਾ ਤਾੜੀ ਵਜਾ ਕੇ ਪ੍ਰਤੀਕਿਰਿਆ ਦੇਣਾ, ਇਸ ਵਿਚਾਰ ਦੀ ਸ਼ੁੱਧਤਾ ਅਤੇ ਮਾਨਵਤਾ ਤੇ ਇੱਕ ਚਮਤਕਾਰੀ ਮੋੜ ਲਗਾਉਂਦਾ ਹੈ। ਗਰਭ ਅਵਸਥਾ ਅਤੇ ਸੰਸਕਾਰ। ਹਰੀਸ਼ ਚੰਦਰ ਦਾ ਅਭਿਮਨਿਊ ਦੀ ਉਦਾਹਰਣ ਦੇਣਾ ਇਹ ਦਰਸਾਉਂਦਾ ਹੈ ਕਿ ਫਿਰਦੌਸ ਦਾ ਸਕਾਰਾਤਮਕ ਚਿੰਤਨ ਅਤੇ ਉੱਚੇ ਵਿਚਾਰ ਉਹਨਾਂ ਦੇ ਹੋਣ ਵਾਲੇ ਬੱਚੇ ਦੇ ਸੰਸਕਾਰਾਂ ਦੀ ਨੀਂਹ ਰੱਖ ਰਹੇ ਹਨ, ਜੋ ਇੱਕ ਸਿਹਤਮੰਦ ਸਮਾਜ ਲਈ ਜ਼ਰੂਰੀ ਹੈ। 2. ਨਾਸਿਰ ਦਾ ਦੁਖਦ ਪਤਨ। ਨਾਸਿਰ ਦਾ ਚਰਿੱਤਰ ਇੱਕ ਹੰਕਾਰੀ ਬਦਲਾ ਲੈਣ ਵਾਲੇ ਤੋਂ ਦੁਖਦ ਬਲੀ ਵਿੱਚ ਬਦਲ ਜਾਂਦਾ ਹੈ। ਉਹ ਆਪਣੀਆਂ ਅਸਫਲਤਾਵਾਂ ਲਈ ਰੱਬ ਅਤੇ ਹਾਲਾਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ, ਜਦੋਂ ਕਿ ਉਸ ਦਾ ਆਪਣਾ ਅਮਾਨਵੀ ਕਾਰਜ ਗਰਭਸਥ ਸ਼ਿਸ਼ੂ ਤੇ ਹਮਲਾ ਉਸ ਦੀ ਦੁਰਦਸ਼ਾ ਦਾ ਅਸਲੀ ਕਾਰਨ ਹੈ। ਅੰਤਿਮ ਵਿਸ਼ਵਾਸ ਦਾ ਟੁੱਟਣਾ, ਪਿਤਾ ਦੀ ਮੌਤ ਅਤੇ ਨਵੇਂ ਕਾਨੂੰਨ ਦੀ ਖਬਰ ਉਸ ਦੇ ਸਾਰੇ ਬਦਲੇਖੋਰ ਅਤੇ ਛਦਮ ਯੋਗੇਸ਼ ਯੋਜਨਾਵਾਂ ਨੂੰ ਢਹਿ ਢੇਰੀ ਕਰ ਦਿੰਦੀ ਹੈ। ਨਿਰਾਸ਼ਾ ਦੇ ਸਿਖਰ ਤੇ ਉਹ ਇਬਾਦਤ ਤੋਂ ਕਿਨਾਰਾ ਕਰ ਲੈਂਦਾ ਹੈ, ਜੋ ਉਸ ਦੇ ਅਧਿਆਤਮਿਕ ਖਲਾ ਵਿੱਚ ਚਲੇ ਜਾਣ ਦਾ ਪ੍ਰਤੀਕ ਹੈ। 3. ਹਰੀਸ਼ ਚੰਦਰ ਦੀ ਨਿਆਂ ਦ੍ਰਿਸ਼ਟੀ। ਹਰੀਸ਼ ਚੰਦਰ ਦਾ ਨਾਸਿਰ ਨੂੰ ਸਸ਼ਰਤ ਜ਼ਮਾਨਤ ਦੇਣਾ ਨਿਆਂ ਦੇ ਸਰਵਉੱਚ ਸਿਧਾਂਤ ਨੂੰ ਦਰਸਾਉਂਦਾ ਹੈ। ਇਹ ਬਦਲਾ ਨਹੀਂ, ਮਾਨਵਤਾ ਹੈ। ਹਰੀਸ਼ ਚੰਦਰ ਨਾਸਿਰ ਦੇ ਅਪਰਾਧ ਤੋਂ ਨਹੀਂ, ਬਲਕਿ ਬੇਟੇ ਦੇ ਫਰਜ਼ ਤੋਂ ਨਿਆਂ ਕਰਦੇ ਹਨ। ਨਾਸਿਰ ਦਾ ਇਹ ਸਮਝ ਨਾ ਪਾਉਣਾ ਕਿ ਫਿਰਦੌਸ ਦਾ ਪਤੀ ਉਸ ਤੇ ਉਦਾਰ ਕਿਉਂ ਹੋ ਰਿਹਾ ਹੈ, ਇਹ ਦਿਖਾਉਂਦਾ ਹੈ ਕਿ ਉਹ ਹਾਲੇ ਵੀ ਨਫ਼ਰਤ ਅਤੇ ਕੱਟੜਤਾ ਦੀ ਪੱਟੀ ਤੋਂ ਬਾਹਰ ਨਹੀਂ ਨਿਕਲ ਪਾਇਆ ਹੈ। ਨਤੀਜਾ, ਫਿਰਦੌਸ ਦੇ ਮਾਨਵਤਾਵਾਦੀ ਵਿਚਾਰ ਦੀ ਜਿੱਤ ਹੁੰਦੀ ਹੈ, ਜਦੋਂ ਕਿ ਨਾਸਿਰ ਦੀ ਕੱਟੜਪੰਥੀ ਸੋਚ ਉਸ ਨੂੰ ਜੀਵਨ ਦੇ ਹਰ ਪਹਿਲੂ ਵਿੱਚ ਹਾਰਿਆ ਅਤੇ ਇਕੱਲਾ ਛੱਡ ਦਿੰਦੀ ਹੈ। ਇਹ ਕਹਾਣੀ ਨਫ਼ਰਤ ਅਤੇ ਅੰਧਵਿਸ਼ਵਾਸ ਦੇ ਵਿਨਾਸ਼ ਤੇ ਕਾਨੂੰਨ ਅਤੇ ਪ੍ਰੇਮ ਦੀ ਸ਼ਕਤੀ ਨੂੰ ਸਥਾਪਿਤ ਕਰਦੀ ਹੈ। ਐਪੀਸੋਡ 8 ਸਮਾਪਤ।